ਸ਼੍ਰੀ ਅਕਾਲ। ਅੱਜ ਅਸੀਂ ਕਰਾਂਗੇ ਪੀਟੈਟ ਅਤੇ ਮਾਸਟਰ ਕੈਡਰ ਦੇ ਪੰਜਾਬੀ ਦੇ ਪੇਪਰ ਦੀ ਤਿਆਰੀ। ਅੱਜ ਅਸੀਂ ਜਿਹੜੇ MCQ ਕਰਨੇ ਹਨ ਉਹ ਪਹਿਲਾਂ ਵੀ ਪੇਪਰਾਂ ਵਿੱਚ ਆ ਚੁੱਕੇ ਹਨ ਅਤੇ ਅੱਗੇ ਆਉਣ ਦੀ ਸੰਭਾਵਨਾ ਵੀ ਹੈ। ਫਸਟ ਪ੍ਰਸ਼ਨ, ਰਹਿਮਤ ਖੁਸ਼ ਹੈ ਕਿਉਂਕਿ ਉਹ ਜਮਾਤ ਵਿੱਚ ਪਹਿਲੇ ਨੰਬਰ ਤੇ ਆਇਆ ਹੈ। ਇਸ ਵਾਕ ਦੀ ਕਿਸਮ ਪਛਾਣੋ। ਸੰਯੁਕਤ ਵਾਕ, ਮਿਸ਼ਰਤ ਵਾਕ, ਸਧਾਰਨ ਵਾਕ, ਗੁੰਝਲਦਾਰ ਵਾਕ। ਇੱਥੇ ਸਾਨੂੰ ਉਪਰੋਕਤ ਜਿਹੜਾ ਵਾਕ ਦਿੱਤਾ ਗਿਆ ਹੈ ਉਸ ਵਿੱਚ ਇੱਕ ਨਹੀਂ ਬਲਕਿ ਦੋ ਵਾਕ ਹਨ। ਜਿਵੇਂ ਰਹਿਮਤ ਖੁਸ਼ ਹੈ, ਉਹ ਜਮਾਤ ਵਿੱਚ ਪਹਿਲੇ ਨੰਬਰ ਤੇ ਆਇਆ ਹੈ। ਇਸ ਦਾ ਮਤਲਬ ਹੈ ਕਿ ਇਸ ਦਾ ਆਨਸਰ ਹੈ ਮਿਸ਼ਰਤ ਵਾਕ। ਤਵਰਗ ਕਿਹੜੇ ਵਿਅੰਜਨ ਹਨ? ਤਵਰਗ ਵਿੱਚ ਤੱਤੇ ਵਾਲੀ ਲੈਣ ਵਾਲੇ ਸਾਰੇ ਵਰਨਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਤੱਤਾ, ਥੱਥਾ, ਦੱਦਾ, ਤੱਦਾ। ਇਹਨਾਂ ਦੇ ਉਚਾਰਨ ਸਮੇਂ ਜੀਭ ਦੰਦਾਂ ਨੂੰ ਟੱਚ ਕਰਦੀ ਹੈ। ਇਸ ਦਾ ਮਤਲਬ ਹੈ ਕਿ ਇੱਥੇ ਦੰਤੀ ਵਿਅੰਜਨ ਸਹੀ ਆਨਸਰ ਹੈ। ਗੁਰਮੁਖੀ ਲਿਪੀ ਦੀ ਵਰਨਮਾਲਾ ਵਿਚਲੇ ਸਵਰ ਕਿਹੜੇ ਹਨ? ਊੜਾ, ਐੜਾ, ਹਾਹਾ, ਊੜਾ, ਐੜਾ, ਕੱਕਾ, ਊੜਾ, ਐੜਾ, ਈੜੀ, ਊੜਾ, ਈੜੀ, ਸੱਸਾ। ਸਵਰ ਉਹ ਹੁੰਦੇ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਸਾਹ ਦੀ ਹਵਾ ਬਿਨਾਂ ਕਿਸੇ ਰੁਕਾਵਟ ਦੇ ਬਾਹਰ ਆਉਂਦੀ ਹੈ, ਭਾਵ ਮੂੰਹ ਦੇ ਕਿਸੇ ਵੀ ਹਿੱਸੇ ਨੂੰ ਟੱਚ ਕਰਨ ਤੋਂ ਬਿਨਾਂ ਬਾਹਰ ਆਉਂਦੀ ਹੈ। ਗੁਰਮੁਖੀ ਲਿਪੀ ਵਿੱਚ 3 ਸਵਰ ਹਨ: ਊੜਾ, ਐੜਾ, ਈੜੀ। ਜਦੋਂ ਇੱਕ ਭਾਸ਼ਾ ਵਿੱਚ ਕਿਸੇ ਹੋਰ ਭਾਸ਼ਾ ਦੇ ਸ਼ਬਦਾਂ ਨੂੰ ਹੂਬਹੂ ਰੂਪ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਹੈ ਤਾਂ ਉਹਨਾਂ ਸ਼ਬਦਾਂ ਨੂੰ ਕੀ ਕਹਿੰਦੇ ਹਨ? ਭਾਵ ਬਿਨਾਂ ਕਿਸੇ ਵੀ ਚੇਂਜ ਦੇ ਇੱਕ ਭਾਸ਼ਾ ਦੇ ਸ਼ਬਦਾਂ ਨੂੰ ਦੂਸਰੀ ਭਾਸ਼ਾ ਵਿੱਚ ਸ਼ਾਮਿਲ ਕਰਨ ਤੋਂ। ਇੱਥੇ ਆਪਸ਼ਨ ਹਨ: ਤਦਭਵ ਸ਼ਬਦ, ਤਤਸਮ ਸ਼ਬਦ, ਉਤਪੰਨ ਸ਼ਬਦ, ਸਮਾਸੀ ਸ਼ਬਦ। ਇਸ ਦਾ ਸਹੀ ਆਨਸਰ ਹੈ ਤਤਸਮ ਸ਼ਬਦ। ਤਦਭਵ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਨੂੰ ਥੋੜ੍ਹੇ ਬਹੁਤੇ ਚੇਂਜ ਨਾਲ ਸ਼ਾਮਿਲ ਕੀਤਾ ਜਾਂਦਾ ਹੈ। ਉਤਪੰਨ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਨੂੰ ਅਗੇਤਰਾਂ ਅਤੇ ਪਿਛੇਤਰਾਂ ਰਾਹੀਂ ਨਵੇਂ ਸ਼ਬਦ ਪੈਦਾ ਕੀਤੇ ਜਾਂਦੇ ਹਨ। ਸਮਾਸੀ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਨੂੰ ਸਮਾਸ ਵਿਧੀ ਨਾਲ ਬਣਾਇਆ ਜਾਂਦਾ ਹੈ। ਜਿਵੇਂ ਭਾਰਤ ਦਾ ਰਤਨ ਤੋਂ ਭਾਰਤ ਰਤਨ। ਪੰਜਾਬੀ ਭਾਸ਼ਾ ਦੀਆਂ ਵਿਅੰਜਨ ਧੁਨੀਆਂ ਵਿੱਚੋਂ ਕਾਂਬਵਾ ਵਿਅੰਜਨ ਕਿਹੜਾ ਹੈ? ਉਹ ਵਿਅੰਜਨ ਜਿਹਦੇ ਉਚਾਰਨ ਸਮੇਂ ਜੀਭ ਵਿੱਚ ਕੰਬਣੀ ਭਾਵ ਥੋੜ੍ਹੀ ਜਿਹੀ ਹਲਚਲ ਆਉਂਦੀ ਹੈ। ਜਿਵੇਂ ਰਾ ਰਾ। ਇੱਥੇ ਸਹੀ ਆਨਸਰ ਹੈ ਰਾ ਰਾ। ਇਸ ਵਿਅੰਜਨ ਦੇ ਉਚਾਰਨ ਸਮੇਂ ਜੀਭ ਵਿੱਚ ਕੰਬਣੀ ਪੈਦਾ ਹੁੰਦੀ ਹੈ। ਬੁੱਲਾਂ ਦੀ ਸਥਿਤੀ ਦੀ ਦ੍ਰਿਸ਼ਟੀ ਤੋਂ ਪੰਜਾਬੀ ਸਵਰਾਂ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਜਾਂਦਾ ਹੈ? 3, 2, 4, 5। 2 ਗੁਲਾਈਦਾਰ ਸਵਰ ਅਤੇ ਗੁਲਾਈ ਰਹਿਤ ਸਵਰ। ਭਾਸ਼ਾ ਸਿੱਖਿਆ ਦਾ ਸਭ ਤੋਂ ਪਹਿਲਾ ਪੜਾਅ ਕਿਹੜਾ ਹੈ? ਸੁਣਨਾ ਤੇ ਸਮਝਣਾ, ਬੋਲਣਾ, ਪੜ੍ਹਨਾ, ਲਿਖਣਾ। ਇੱਥੇ ਸਹੀ ਆਨਸਰ ਹੈ ਸੁਣਨਾ ਤੇ ਸਮਝਣਾ, ਕਿਉਂਕਿ ਕਿਸੇ ਵੀ ਭਾਸ਼ਾ ਨੂੰ ਬੋਲਣ, ਪੜ੍ਹਨ ਅਤੇ ਲਿਖਣ ਤੋਂ ਪਹਿਲਾਂ ਉਸ ਭਾਸ਼ਾ ਨੂੰ ਸੁਣਨਾ ਅਤੇ ਸਮਝਣਾ ਆਉਣਾ ਚਾਹੀਦਾ ਹੈ। ਜਦੋਂ ਅਸੀਂ ਕਿਸੇ ਭਾਸ਼ਾ ਨੂੰ ਸੁਣਨ ਅਤੇ ਸਮਝਣ ਦੇ ਯੋਗ ਹੋਵਾਂਗੇ ਤਦ ਹੀ ਉਸਨੂੰ ਬੋਲ ਅਤੇ ਲਿਖ ਜਾਂ ਪੜ੍ਹ ਸਕਾਂਗੇ। ਵਿਦਿਆਰਥੀਆਂ ਦੀਆਂ ਭਾਸ਼ਾ ਸੰਬੰਧੀ ਤਰੁੱਟੀਆਂ ਨੂੰ ਦੂਰ ਕਰਨ ਲਈ ਆਮ ਤੌਰ 'ਤੇ ਕਿਹੜੀ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ? ਵਿਅਕਤੀਗਤ ਉਪਚਾਰ ਵਿਧੀ, ਭਾਵ ਵਿਦਿਆਰਥੀ ਨੂੰ ਇਕੱਲੇ ਬਿਠਾ ਕੇ ਸਮਝਾਉਣ ਦੀ ਵਿਧੀ। ਸਮੂਹਿਕ ਉਪਚਾਰ ਵਿਧੀ, ਭਾਵ ਸਾਰੇ ਸਮੂਹ ਨੂੰ, ਭਾਵ ਸਾਰੀ ਕਲਾਸ ਨੂੰ ਇਕੱਠੇ ਸਮਝਾਉਣ ਦੀ ਵਿਧੀ। ਗੁੱਟ ਉਪਚਾਰ ਵਿਧੀ, ਭਾਵ ਵਿਦਿਆਰਥੀਆਂ ਨੂੰ ਗੁੱਟਾਂ ਵਿੱਚ ਵੰਡ ਕੇ, ਮਤਲਬ 5 ਜਾਂ 6 ਵਿਦਿਆਰਥੀਆਂ ਨੂੰ ਅਲੱਗ-ਅਲੱਗ ਗੁੱਟਾਂ ਵਿੱਚ ਬਿਠਾ ਕੇ ਉਹਨਾਂ 'ਚੋਂ ਇੱਕ ਇੰਟੈਲੀਜੈਂਟ ਬੱਚੇ ਨੂੰ ਬਾਕੀਆਂ ਨੂੰ ਸਮਝਾਉਣ ਲਈ ਕਹਿਣ ਦੀ ਵਿਧੀ। ਜਾਂ ਉਪਰੋਕਤ ਸਾਰੇ। ਇਸ ਦਾ ਸਹੀ ਆਨਸਰ ਹੈ ਉਪਰੋਕਤ ਸਾਰੇ। ਹੇਠ ਲਿਖਿਆਂ ਵਿੱਚੋਂ ਕਿਹੜਾ ਸਤਿਕਾਰਵਾਚਕ ਵਿਸਮਿਕ ਨਹੀਂ ਹੈ? ਇਸ ਦਾ ਸਹੀ ਆਨਸਰ ਹੈ ਜੀ ਆਇਆਂ ਨੂੰ। ਭਉ ਸ਼ਬਦ ਤੋਂ ਕੀ ਭਾਵ ਹੈ? ਭਉ ਦਾ ਅਰਥ ਹੁੰਦਾ ਹੈ ਜੋ ਦਿਲ ਵਿੱਚ ਡਰ ਪੈਦਾ ਹੁੰਦਾ ਹੈ, ਘਬਰਾਹਟ ਪੈਦਾ ਹੁੰਦੀ ਉਸ ਤੋਂ। ਇਸ ਦਾ ਸਹੀ ਆਨਸਰ ਹੋਵੇਗਾ ਡਰ। ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਭਾਵਵਾਚਕ ਨਹੀਂ ਹੈ? ਧੀਰਜ ਤੋਂ
ਮਤਲਬ ਹੁੰਦਾ ਹੈ ਕਿ ਜੋ ਸਾਡੇ ਵਿੱਚ ਇੱਕ ਸਬਰ ਸੰਤੋਖ ਦੀ ਭਾਵਨਾ ਪੈਦਾ ਹੁੰਦੀ ਉਸ ਤੋਂ। ਭਉ ਦਾ ਮਤਲਬ ਹੁੰਦਾ ਜੋ ਸਾਡੇ ਅੰਦਰ ਡਰ ਅਤੇ ਘਬਰਾਹਟ ਦੀ ਭਾਵਨਾ ਪੈਦਾ ਹੁੰਦੀ ਉਸ ਤੋਂ। ਅਤੇ ਜਿੱਤ ਦਾ ਮਤਲਬ ਹੁੰਦਾ ਜਦੋਂ ਅਸੀਂ ਕਿਸੇ ਚੀਜ਼ ਨੂੰ ਜਿੱਤਦੇ ਹਾਂ ਉਹਨੂੰ ਜੋ ਖੁਸ਼ੀ ਪੈਦਾ ਹੁੰਦੀ ਹੈ ਉਸ ਭਾਵਨਾ ਤੋਂ। ਇਸ ਦਾ ਸਹੀ ਆਨਸਰ ਹੈ ਖਲਾ। ਭਾਸ਼ਾ ਵਿੱਚ ਵਿਚਰਨ ਸਮਰੱਥਾ ਦੇ ਆਧਾਰ 'ਤੇ ਭਾਸ਼ਾਈ ਧੁਨੀਆਂ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਜਾਂਦਾ ਹੈ? 4, 5, 2 ਜਾਂ ਅਨੇਕ? 2 ਖੰਡੀ ਧੁਨੀਆਂ ਅਤੇ ਅਖੰਡੀ ਧੁਨੀਆਂ। ਗੁਰਮੁਖੀ ਲਿਪੀ ਵਿੱਚ ਵਰਤੇ ਜਾਂਦੇ ਦੁੱਤ ਅੱਖਰਾਂ ਦੀ ਚੋਣ ਕਰੋ। ਦੁੱਤ ਅੱਖਰ ਉਹ ਅੱਖਰ ਹੁੰਦੇ ਹਨ ਜੋ ਦੂਸਰੇ ਅੱਖਰਾਂ ਦੇ ਪੈਰਾਂ ਵਿੱਚ ਲਾਏ ਜਾਂਦੇ ਹਨ। ਗੁਰਮੁਖੀ ਲਿਪੀ ਵਿੱਚ 3 ਦੁੱਤ ਅੱਖਰ ਹਨ: ਹਾਹਾ, ਰਾਰਾ, ਵਊਆ। ਉਚਾਰਨ ਸਥਾਨ ਦੀ ਦ੍ਰਿਸ਼ਟੀ ਤੋਂ ਹੇਠ ਲਿਖੀਆਂ ਪੰਜਾਬੀ ਵਿਅੰਜਨ ਧੁਨੀਆਂ ਵਿੱਚੋਂ ਉਲਟ ਜੀਬੀ ਧੁਨੀਆਂ ਦੀ ਚੋਣ ਕਰੋ। ਉਲਟ ਜੀਬੀ ਧੁਨੀਆਂ ਉਹ ਧੁਨੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਜੀਭ ਉਲਟੀ ਹੁੰਦੀ ਹੈ, ਜਿਵੇਂ ਟੈਂਕਾ, ਠੱਠਾ, ਡੱਡਾ, ਢੱਡਾ। ਉਚਾਰਨ ਸਥਾਨ ਦੇ ਆਧਾਰ 'ਤੇ ਹੇਠ ਲਿਖੇ ਸਵਰਾਂ ਵਿੱਚੋਂ ਅਗਲੇਰੇ ਸਵਰ ਕਿਹੜੇ ਹਨ? ਇਹ ਪ੍ਰਸ਼ਨ ਮੁਹਾਰਨੀਆਂ ਵਿੱਚੋਂ ਲਿਆ ਗਿਆ ਹੈ। ਮਤਲਬ ਕਿ ਮੁਹਾਰਨੀਆਂ ਵਿੱਚੋਂ ਸਭ ਤੋਂ ਅਗਲੀਆਂ ਮੁਹਾਰਨੀਆਂ ਕਿਹੜੀਆਂ ਹਨ? ਇੱਥੇ ਈੜੀ, ਸਿਆਰੀ, ਈੜੀ ਬਿਆਰੀ ਅਤੇ ਐੜੇ ਦਲਾਂ ਵਾਲੇ ਸਵਰ ਆਉਣਗੇ। ਰੋਪੜ ਅਤੇ ਮੋਹਾਲੀ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਉਪਭਾਸ਼ਾ ਕਿਹੜੀ ਹੈ? ਇਹ ਬਹੁਤ ਕਾਮਨ ਜਿਹਾ ਪ੍ਰਸ਼ਨ ਹੈ। ਇਸ ਦਾ ਆਨਸਰ ਹੈ ਪੁਆਧੀ। ਕਵਿਤਾ ਦੀ ਕਿਹੜੀ ਸਿੱਖਿਆ ਵਿਧੀ ਛੋਟੇ ਬੱਚਿਆਂ ਲਈ ਉੱਤਮ ਮੰਨੀ ਜਾਂਦੀ ਹੈ? ਸ਼ਬਦਾਰਥ ਵਿਧੀ, ਭਾਵ ਸ਼ਬਦਾਂ ਦੇ ਅਰਥ ਕਰਕੇ ਸਮਝਾਉਣ ਦੀ ਵਿਧੀ। ਪ੍ਰਸ਼ਨ ਉੱਤਰ ਵਿਧੀ, ਮਤਲਬ ਪ੍ਰਸ਼ਨਾਂ ਦੇ ਉੱਤਰ ਦੇ ਕੇ ਸਮਝਾਉਣ ਦੀ ਵਿਧੀ। ਇਹ ਦੋਵੇਂ ਵਿਧੀਆਂ ਛੋਟੇ ਬੱਚਿਆਂ ਲਈ ਬਹੁਤ ਹੀ ਮੁਸ਼ਕਲ ਵਿਧੀਆਂ ਹਨ। ਗੀਤ ਅਤੇ ਨਾਟ ਦੀ ਵਿਧੀ, ਇਸ ਵਿਧੀ ਰਾਹੀਂ ਬੱਚਿਆਂ ਨੂੰ ਬਹੁਤ ਈਜ਼ੀ ਸਮਝਾਇਆ ਜਾ ਸਕਦਾ। ਜਿਵੇਂ ਤੁਸੀਂ ਕੋਈ ਐਕਸ਼ਨ ਕਰਕੇ ਜਾਂ ਅੱਗੇ ਨਾਟ ਕਰਕੇ ਬੱਚਿਆਂ ਨੂੰ ਸਮਝਾਉਂਦੇ ਹੋ ਤਾਂ ਬੱਚਿਆਂ ਨੂੰ ਜਲਦੀ ਸਮਝ ਆ ਜਾਂਦਾ ਹੈ। ਇਸ ਲਈ ਇਹਦਾ ਸਹੀ ਆਨਸਰ ਹੈ ਗੀਤ ਅਤੇ ਨਾਟ ਦੀ ਵਿਧੀ। ਖਾਲਿਸਤਾਨ ਭਰੋ, ਅੰਨਾ ਵੰਡੇ ਡੈਸ਼ ਮੁੜ ਮੁੜ ਆਪਣਿਆਂ ਨੂੰ। ਇਸ ਦਾ ਸਹੀ ਆਨਸਰ ਹੈ ਰਿਓੜੀਆਂ। ਇੱਥੇ ਸ਼ਿਰਨੀਆਂ ਵੀ ਨਹੀਂ ਆ ਸਕਦਾ, ਰੋਟੀਆਂ ਵੀ ਨਹੀਂ ਅਤੇ ਦਾਣੇ ਵੀ ਨਹੀਂ। ਹੇਠ ਲਿਖੀਆਂ ਵਿੱਚੋਂ ਕਿਹੜੀ ਵਾਕ ਦੀ ਕਿਸਮ ਨਹੀਂ ਹੈ? ਵਾਕ 3 ਕਿਸਮਾਂ ਦੇ ਹੁੰਦੇ ਹਨ: ਸਧਾਰਨ ਵਾਕ, ਮਿਸ਼ਰਤ ਵਾਕ ਅਤੇ ਸੰਯੁਕਤ ਵਾਕ। ਇਸ ਦਾ ਸਹੀ ਆਨਸਰ ਹੋਏਗਾ ਉਪਵਾਕ। ਉਪਵਾਕ ਵਾਕ ਦੀ ਕਿਸਮ ਨਹੀਂ ਹੈ। ਨਾਸਿਕਤਾ ਨੂੰ ਅੰਕਿਤ ਕਰਨ ਲਈ ਕਿਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ? ਅਦਕ ਟਿੱਪੀ, ਬਿੰਦੀ ਟਿੱਪੀ, ਅਦਕ ਬਿੰਦੀ, ਇਹਨਾਂ ਸਾਰਿਆਂ ਦੀ। ਇੱਥੇ ਸਹੀ ਆਨਸਰ ਹੈ ਬਿੰਦੀ ਅਤੇ ਟਿੱਪੀ। ਅੱਜ ਅਸੀਂ 20 MCQ ਕੀਤੇ ਹਨ। ਅਗਲੀ ਵੀਡੀਓ ਵਿੱਚ ਅਸੀਂ ਬਾਕੀ ਕਰਾਂਗੇ। ਅਤੇ ਜੇ ਕਿਸੇ ਬੱਚੇ ਨੂੰ ਲੱਗਦਾ ਹੈ ਕਿ ਮੇਰਾ ਕੋਈ ਆਨਸਰ ਗਲਤ ਹੈ ਤਾਂ ਪਲੀਜ਼ ਉਹ ਕਮੈਂਟ ਬਾਕਸ ਵਿੱਚ ਜਾ ਕੇ ਉਹਦਾ ਸਹੀ ਆਨਸਰ ਦਿਓ ਤਾਂ ਜੋ ਅੱਗੇ ਉਸ ਵਿੱਚ ਸੁਧਾਰ ਕੀਤਾ ਜਾ ਸਕੇ।